बच्चों साਰਿਆਂ ਨੂੰ ਸਤਿ ਸ਼੍ਰੀ ਅਕਾਲ। ਨੈਸ ਅਭਿਆਸ ਸ਼ੀਟ ਨੰਬਰ 37 ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਸ ਕਰਦਾ ਹਾਂ ਸਾਰੇ ਬੱਚੇ ਤਿਆਰ ਹੋਣਗੇ। ਇਸ ਟੈਸਟ ਨੂੰ ਆਪਾਂ ਵਾਚ ਕਰਨਾ ਹੈ, ਦੇਖਣਾ ਹੈ, ਸੋਲਵ ਕਰਨਾ ਹੈ। ਆਓ ਕਰੀਏ। ਸਭ ਤੋਂ ਪਹਿਲਾਂ ਵਿਸ਼ਾ ਪੰਜਾਬੀ। ਇੱਕ ਪੈਰਾ ਹੈ ਅੱਜ ਵੀ ਬੇਟਾ ਪੰਜਾਬੀ ਦੇ ਕਿਸੇ ਪਾਠ ਵਿੱਚ ਲਿਆ ਗਿਆ ਹੈ, ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਪੈਰਾ ਜਿਹੜਾ ਹੈ ਉਹ ਪੜਾਂਗੇ। ਆਓ ਪੜ੍ਹੀਏ। ਊਧਮ ਸਿੰਘ ਆਪਣੀ ਮਨ ਦੀ ਗੱਲ ਕਿਸੇ ਨੂੰ ਘੱਟ ਵੱਧ ਹੀ ਦੱਸਦਾ ਸੀ। ਉਹ ਬਿਨਾਂ ਕਿਸੇ ਨੂੰ ਦੱਸੇ ਕਸ਼ਮੀਰ ਛੱਡ ਕੇ ਇੰਗਲੈਂਡ ਚਲਾ ਗਿਆ। ਇੰਝ ਲੱਗਦਾ ਸੀ ਜਿਵੇਂ ਜਲ੍ਹਿਆਂਵਾਲੇ ਬਾਗ ਦਾ ਸਾਕਾ ਉਸ ਨੂੰ ਚੈਨ ਨਹੀਂ ਸੀ ਲੈਣ ਦੇ ਰਿਹਾ। ਉਹ ਜਲ੍ਹਿਆਂਵਾਲੇ ਬਾਗ ਵਿੱਚ ਹੋਏ ਕਤਲੇਆਮ ਦੇ ਅਸਲ ਜ਼ਿੰਮੇਵਾਰ ਸਰ ਮਾਈਕਲ ਓਡਵਾਇਰ ਕੋਲੋਂ ਬਦਲਾ ਲੈਣਾ ਚਾਹੁੰਦਾ ਸੀ। ਇੰਗਲੈਂਡ ਵਿੱਚ ਵੀ ਉਹ ਓਡਵਾਇਰ ਨੂੰ ਕਤਲ ਕਰਨ ਦੀ ਤਾਕ ਵਿੱਚ ਰਹਿੰਦਾ ਸੀ। ਅਖੀਰ 1940 ਈਸਵੀ ਵਿੱਚ ਇੱਕ ਦਿਨ ਊਧਮ ਸਿੰਘ ਨੂੰ ਪਤਾ ਲੱਗਾ ਕਿ ਮਾਈਕਲ ਓਡਵਾਇਰ ਇੱਕ ਮੀਟਿੰਗ ਵਿੱਚ ਭਾਗ ਲਵੇਗਾ। ਊਧਮ ਸਿੰਘ ਨੂੰ ਇਹ ਸੁਨਹਿਰੀ ਮੌਕਾ ਜਾਪਿਆ। ਉਹ ਕਿਸੇ ਨਾ ਕਿਸੇ ਤਰ੍ਹਾਂ ਮੀਟਿੰਗ ਵਿੱਚ ਪਹੁੰਚ ਗਿਆ। ਜਦੋਂ ਮੀਟਿੰਗ ਖਤਮ ਹੋਈ ਸੀ ਕਿ ਉਸਨੇ ਆਪਣਾ ਲੁਕੋਇਆ ਹੋਇਆ ਪਿਸਤੌਲ ਕੱਢਿਆ ਅਤੇ ਮਾਈਕਲ ਓਡਵਾਇਰ ਨੂੰ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ। ਇਹ ਸੀ ਬੱਚਿਓ ਪਹਿਲਾ ਪ੍ਰਸ਼ਨ ਲੈਂਦੇ ਹਾਂ। ਊਧਮ ਸਿੰਘ ਬਿਨਾਂ ਕਿਸੇ ਨੂੰ ਦੱਸੇ ਕਿੱਥੇ ਚਲਾ ਗਿਆ ਸੀ? ਸੋ ਪੈਰੇ ਦੇ ਪਹਿਲੀ ਲਾਈਨ ਦੇ ਵਿੱਚ ਹੀ ਹੈ ਕਿ ਉਹ ਕਸ਼ਮੀਰ ਛੱਡ ਕੇ ਕਿੱਥੇ ਚਲੇ ਗਏ ਸੀ? ਇੰਗਲੈਂਡ। ਸੋ ਇਸ ਦਾ ਜਿਹੜਾ ਉੱਤਰ ਹੈ ਉਹ ਈਡੀ ਆਏਗਾ, ਇੰਗਲੈਂਡ ਚਲੇ ਗਿਆ ਸੀ। ਪ੍ਰਸ਼ਨ ਨੰਬਰ 2, ਇਹ ਪੈਰਾ ਕਿਸ ਪਾਠ ਵਿੱਚ ਲਿਆ ਗਿਆ ਹੈ? ਤਾਂ ਸ਼ਹੀਦ ਊਧਮ ਸਿੰਘ ਬਾਰੇ ਗੱਲ ਹੋਈ ਹੈ ਤਾਂ ਨੈਚੁਰਲੀ ਗੱਲ ਹੈ ਕਿ ਸਾਰੇ ਬੱਚੇ ਸਮਝ ਗਏ ਹੋਣਗੇ ਕਿ ਪੈਰਾ ਕਿਸ ਪਾਠ ਵਿੱਚੋਂ ਜਿਹੜਾ ਲਿਆ ਗਿਆ ਹੈ ਉਹ ਹੈ ਸ਼ਹੀਦ ਊਧਮ ਸਿੰਘ। ਉੱਤਰ ਆਏਗਾ ਸੱਸਾ। ਹੇਠਾਂ ਲਿਖੇ ਸ਼ਬਦਾਂ 'ਚ ਕਿਹੜਾ ਸ਼ਬਦ ਨਾਮ ਹੈ? ਨਾਮ ਕਿਸੇ ਦਾ ਨਾਮ ਹੁੰਦਾ ਬੇਟਾ। ਬਾਕੀ ਜਿਹੜੇ ਨੇ 3 ਸ਼ਬਦ ਪੜਨਾਮ ਨੇ। ਇਹਨਾਂ 'ਚ ਤੁਸੀਂ ਡਿਫਰੈਂਸ ਕਰਨਾ ਹੈ, ਫ਼ਰਕ ਰੱਖਣਾ ਹੈ ਕਿ ਕਿਵੇਂ ਪੜਨਾਮ ਅਤੇ ਨਾਮ ਦੇ ਵਿੱਚ ਫ਼ਰਕ ਹੁੰਦਾ ਹੈ। ਆਓ ਦੇਖੀਏ। ਪਹਿਲਾ ਹੈ ਆਪਣੇ, ਦੂਸਰਾ ਹੈ ਗੋਲੀਆਂ, ਤੀਸਰਾ ਹੈ ਉਹ ਅਤੇ ਤੀਜਾ ਹੈ ਉਹਨਾਂ ਨੇ ਜਾਂ ਉਸਨੇ। ਇਸ ਦਾ ਮਤਲਬ ਇਹ ਹੈ ਕਿ ਗੋਲੀਆਂ ਜਿਹੜਾ ਹੈ ਇਹ ਨਾਮ ਹੈ, ਬਾਕੀ ਸਾਰੇ ਪੜਨਾਮ ਨੇ। ਉੱਤਰ ਆਏਗਾ ਅੜਾ। ਪ੍ਰਸ਼ਨ ਨੰਬਰ 4, ਹੇਠ ਲਿਖੇ ਵਾਕ ਵਿਚਲੇ ਢੁਕਵੇਂ ਸ਼ਬਦਾਂ ਤੋਂ ਵਚਨ ਬਦਲ ਕੇ ਸਹੀ ਵਿਕਲਪ ਜਿਹੜਾ ਹੈ ਉਹ ਕਿਹੜਾ ਹੋਏਗਾ? ਇਹ ਚੁਣਨਾ ਹੈ। ਪਹਿਲਾਂ ਵਾਕ ਪੜ੍ਹਦੇ ਹਾਂ। ਉਹ ਅਡਵਾਇਰ ਨੂੰ ਕਤਲ ਕਰਨ ਦੀ ਤਾਕ ਵਿੱਚ ਹੀ ਰਹਿੰਦਾ ਸੀ। ਹੁਣ ਇੱਕ ਜਣੇ ਨੂੰ ਦੋ ਜਣੇ ਨੂੰ ਆਪਾਂ ਉਹ ਕਹਿੰਦੇ ਹਾਂ, ਇੱਕ ਜਣੇ ਨੂੰ ਉਹ ਕਹਿੰਦੇ ਹਾਂ, ਅਤੇ ਬਹੁਵਚਨ ਦੇ ਵਿੱਚ ਵੀ ਜ਼ਿਆਦਾ ਜਣੇ ਨੂੰ ਆਪਾਂ ਉਹ ਜਾਂ ਉਹਨਾਂ ਕਹਿਣਾ ਹੁੰਦਾ। ਪਰ ਵਾਕ ਦੇ ਅਨੁਸਾਰ ਵਾਕ ਨੂੰ ਦੇਖਣਾ ਹੈ ਕਿ ਵਾਕ ਕਿਵੇਂ ਸਹੀ ਲੱਗਦਾ ਹੈ। ਆਓ ਦੇਖਦੇ ਹਾਂ। ਪਹਿਲਾ ਵਾਕ ਕੀ ਥੱਲੇ ਉੱਤਰ ਦਿੱਤਾ ਹੋਇਆ। ਉਹ ਅਡਵਾਇਰ ਨੂੰ ਕਤਲ ਕਰਨ ਦੀ ਤਾਕ ਵਿੱਚ ਹੀ ਰਹਿੰਦੇ ਸੀ। ਰਹਿੰਦੇ ਸੀ ਕਦੇ ਨਹੀਂ ਹੁੰਦੇ, ਰਹਿੰਦੇ ਸਨ ਆਏਗਾ, ਇਹ ਗਲਤ ਹੈ। ਦੂਸਰਾ ਹੈ ਉਹ ਅਡਵਾਇਰ ਨੂੰ ਕਤਲ ਕਰਨ ਦੀ ਤਾਕ ਵਿੱਚ ਹੀ ਰਹਿੰਦੇ ਸਨ। ਇਹੀ ਇਹਦਾ ਉੱਤਰ ਹੋਏਗਾ। ਅਗਲੀਆਂ ਆਪਸ਼ਨਾਂ ਵੀ ਪੜ੍ਹਦੇ ਹਾਂ। ਉਹ ਅਡਵਾਇਰ ਨੂੰ ਕਤਲ ਕਰਨ ਦੀ ਤਾਕ ਵਿੱਚ ਹੀ ਰਹਿੰਦਾ ਸਨ, ਇਹ ਤਾਂ ਗਲਤ ਜਾਪ ਹੀ ਰਿਹਾ ਹੈ, ਗਲਤ ਹੈ। ਚੌਥਾ ਹੈ ਇਹਨਾਂ 'ਚ ਕੋਈ ਨਹੀਂ, ਤਾਂ ਉੱਤਰ ਦੂਸਰਾ ਹੈ ਜਿਹੜਾ ਸਹੀ ਹੈ। ਉੱਤਰ ਆਏਗਾ ਐੜਾ। ਪ੍ਰਸ਼ਨ ਨੰਬਰ 5, ਹੇਠ ਲਿਖਿਆ ਜੋ ਕਿਹੜਾ ਕਥਨ ਸਹੀ ਹੈ? ਜਲ੍ਹਿਆਂਵਾਲੇ ਬਾਗ ਦਾ ਸਾਕਾ ਉਸ ਨੂੰ ਜਿਉਣ ਨਹੀਂ ਸੀ ਦੇ ਰਿਹਾ। ਇਹ ਕਿਸੇ ਵੀ ਲਾਈਨ ਵਿੱਚ ਨਹੀਂ ਆਇਆ। ਜਲ੍ਹਿਆਂਵਾਲੇ ਬਾਗ ਦਾ ਸਾਕਾ ਉਸ ਨੂੰ ਚੈਨ ਨਹੀਂ ਸੀ ਲੈਣ ਦੇ ਰਿਹਾ। ਹਾਂ, ਇਹ ਵਾਕ ਆਇਆ ਹੈ। ਅੱਗੇ ਪੜ੍ਹਦੇ ਹਾਂ। ਜਲ੍ਹਿਆਂਵਾਲੇ ਬਾਗ ਦਾ ਸਾਕਾ ਉਸ ਨੂੰ ਸੌਣ ਨਹੀਂ ਸੀ ਦੇ ਰਿਹਾ। ਇਹ ਵੀ ਕਿਤੇ ਨਹੀਂ ਆਇਆ। ਜਲ੍ਹਿਆਂਵਾਲੇ ਬਾਗ ਦਾ ਸਾਕਾ ਉਸ ਨੂੰ ਬੋਲਣ ਨਹੀਂ ਸੀ ਦੇ ਰਿਹਾ। ਸੋ ਉੱਤਰ ਜਿਹੜਾ ਹੈ
ਕਿਉਂਕਿ ਜਲਿਆਂਵਾਲੇ ਬਾਗ ਦਾ ਸਾਕਾ ਜਿਹੜਾ ਉਸ ਨੂੰ ਚੈਨ ਨਹੀਂ ਸੀ ਲੈਣ ਦੇ ਰਿਹਾ, ਕਿਉਂਕਿ ਓਡਵਾਇਰ ਨੂੰ ਮਾਰਨਾ ਚਾਹੁੰਦਾ ਸੀ, ਉਸ ਦੇ ਕੀਤੀ ਦੀ ਸਜ਼ਾ ਉਸ ਨੂੰ ਦੇਣਾ ਚਾਹੁੰਦਾ ਸੀ। ਨੈਕਸਟ ਚੱਲਦੇ ਹਾਂ, ਅੱਗੇ ਹੈ ਗਣਿਤ ਵਿਸ਼ਾ। ਦਿੱਤੀ ਗਈ ਦਸ਼ਮਲਵ ਸੰਖਿਆ 0.17, ਇਹਨੂੰ 17 ਨਹੀਂ ਕਹਿਣਾ ਬੇਟਾ, ਮੈਂ ਸਮਝਾਉਣਾ ਹੁੰਦਾ ਤੁਹਾਨੂੰ। ਦਸ਼ਮਲਵ ਤੋਂ ਬਾਅਦ ਬਣੀਆਂ ਸੰਖਿਆਵਾਂ ਜਿਹੜੀਆਂ ਨੇ ਉਹ ਹਮੇਸ਼ਾ ਇੱਕ ਇੱਕ ਕਰਕੇ ਪੜ੍ਹਨੀਆਂ ਨੇ। 0.17 ਦਾ ਬਣਦਾ ਭਿੰਨ ਰੂਪ ਪਤਾ ਕਰੋ। ਸੋ ਭਿੰਨ ਤੁਹਾਨੂੰ ਦੱਸੀਏ, ਦਸ਼ਮਲਵ ਦਾ ਭਾਵ ਇੱਥੇ ਇੱਕ ਹੁੰਦਾ। ਜਦੋਂ ਅਸੀਂ ਇਸ ਨੂੰ ਲਿਖਦੇ ਹਾਂ ਤਾਂ ਜਿਹੜਾ ਦਸ਼ਮਲਵ ਹੈ ਉਹਦੀ ਜਗ੍ਹਾ ਹਮੇਸ਼ਾ ਇੱਕ ਆਉਂਦਾ ਹੈ ਹਰ ਵਾਲੀ ਜਗ੍ਹਾ 'ਤੇ। ਮੰਨ ਲਓ ਇਹ ਹੈ ਸਾਡੇ ਕੋਲ 0.17, ਤਾਂ ਆਪਾਂ ਪੂਰੀ ਸੰਖਿਆ ਲਿਖ ਦੇਵਾਂਗੇ, ਉਹ ਬਣ ਜਾਏਗੀ 17 ਉੱਪਰਲੀ ਸਿੱਧੀ ਸਿੱਧੀ ਸੰਖਿਆ। ਹੁਣ ਦਸ਼ਮਲਵ ਦੀ ਜਗ੍ਹਾ ਆਪਾਂ ਇੱਕ ਲਿਖਾਂਗੇ, ਅੱਗੇ ਜਿੰਨੇ ਸੰਖਿਆਵਾਂ ਨੇ ਉਨੀਆਂ ਹੀ ਜ਼ੀਰੋ ਲਿਖ ਦੇਵਾਂਗੇ। 17/100 ਜਿਹੜਾ ਉੱਤਰ ਆ ਜਾਏਗਾ, ਇਹਦਾ ਉੱਤਰ ਆਏਗਾ 80। ਪ੍ਰਸ਼ਨ ਨੰਬਰ 2, ਹੇਠਾਂ ਦਿੱਤੇ ਗਏ ਕੋਣਾਂ ਵਿੱਚੋਂ ਕਿਹੜਾ ਕੋਣ ਅਧਿਕ ਕੋਣ ਨਹੀਂ ਹੈ? ਬਾਕੀ ਸਾਰੇ ਕੋਣ ਅਧਿਕ ਨੇ, ਕੋਈ ਇੱਕ ਕੋਣ ਹੈ ਜਿਹੜਾ ਅਧਿਕ ਨਹੀਂ ਹੈ। ਤਾਂ ਅਧਿਕ ਕੋਣ ਦੀ ਕੀ ਪਹਿਚਾਣ ਹੈ? ਜਿਹੜਾ ਕੋਣ 90 ਡਿਗਰੀ ਤੋਂ ਜਾਂ ਸਮਕੋਣ ਤੋਂ ਵੱਧ ਹੋਵੇ। 90 ਡਿਗਰੀ ਨੂੰ ਸਮਕੋਣ ਦਾ ਕੋਣ ਆਪਾਂ ਕਹਿੰਦੇ ਹਾਂ, ਹਰ ਵਾਰੀ ਪੜ੍ਹਦੇ ਹਾਂ। ਔਰ 90 ਡਿਗਰੀ ਤੋਂ ਜਿਹੜਾ ਘੱਟ ਹੋਏਗਾ ਉਹ ਨਿਊਨ ਕੋਣ ਹੋਏਗਾ। ਹੁਣ ਦੇਖੋ ਸਾਰੇ ਕੋਣ ਤਕਰੀਬਨ 90 ਡਿਗਰੀ ਤੋਂ ਉੱਪਰ ਨੇ, ਸਿਰਫ ਇੱਕ ਕੋਣ ਜਿਹੜਾ ਹੈ ਉਹ 90 ਡਿਗਰੀ ਜਾਂ ਸਮਕੋਣ ਤੋਂ ਘੱਟ ਹੈ, ਉਹ ਹੈ ਸਾਡੇ ਕੋਲ 89। ਉੱਤਰ ਆਏਗਾ ਸੱਸਾ, ਕਿਉਂਕਿ ਬਾਕੀ ਸਾਰੇ ਕੋਣ 91 ਡਿਗਰੀ ਸਮਕੋਣ ਤੋਂ ਵੱਡਾ, 171 ਡਿਗਰੀ ਸਮਕੋਣ ਤੋਂ ਵੱਡਾ ਹੈ, 90 ਡਿਗਰੀ ਤੋਂ ਅਧਿਕ ਕੋਣ ਹੈ। 125 ਡਿਗਰੀ ਵੀ ਜਿਹੜਾ ਹੈ ਸਮਕੋਣ ਤੋਂ ਵੱਡਾ ਹੈ, ਅਧਿਕ ਕੋਣ ਹੈ। ਉੱਤਰ ਆਏਗਾ ਸੱਸਾ। ਅਗਲਾ ਪ੍ਰਸ਼ਨ ਨੰਬਰ 3, ਰਾਜੂ ਦਾ ਕੱਦ ਰਵੀ ਦੇ ਕੱਦ ਤੋਂ 35 ਸੈਂਟੀਮੀਟਰ ਘੱਟ ਹੈ। ਰਾਜੂ ਦਾ ਕੱਦ ਜਿਹੜਾ ਹੈ ਰਵੀ ਦੇ ਕੱਦ ਤੋਂ 35 ਸੈਂਟੀਮੀਟਰ ਘੱਟ ਹੈ। ਮੰਨ ਲਿਆ ਜਾਵੇ ਰਾਜੂ ਦਾ ਕੱਦ ਜਿਹੜਾ ਹੈ 100 ਸੈਂਟੀਮੀਟਰ ਹੈ, ਤਾਂ ਜਿਹੜਾ ਰਵੀ ਦਾ ਕੱਦ ਹੈ ਉਹ ਫਿਰ 35 ਸੈਂਟੀਮੀਟਰ ਵੱਧ ਹੋਏਗਾ, 135 ਹੋਏਗਾ, ਤਾਂ ਹੀ ਜਿਹੜਾ ਰਾਜੂ ਦਾ ਕੱਦ ਹੈ ਉਹ 100 ਸੈਂਟੀਮੀਟਰ ਹੈ, ਸੌਰੀ। ਇਸ ਤਰ੍ਹਾਂ ਹੀ ਹੁਣ ਆਪਾਂ ਦੇਖਣਾ ਹੈ ਕਿ ਰਾਜੂ ਦਾ ਕੱਦ ਦਿਖਾਈ ਦੇ ਰਿਹਾ ਹੈ, ਤਾਂ ਰਵੀ ਦਾ ਕੱਦ ਪਤਾ ਕਰੋ। ਹੁਣ ਰਾਜੂ ਦਾ ਕੱਦ ਜਿਹੜਾ ਹੈ 1 ਮੀਟਰ 45 ਸੈਂਟੀਮੀਟਰ ਹੈ, ਠੀਕ ਹੈ, ਜਾਂ 1.45 ਸੈਂਟੀਮੀਟਰ ਹੈ ਜਾਂ ਮੀਟਰ ਹੈ, ਠੀਕ ਹੈ। ਹੁਣ 1.45 ਨੂੰ ਆਪਾਂ ਮੀਟਰ ਕਵਾਂਗੇ, ਕਿਉਂਕਿ ਆਪਾਂ ਸਾਰਾ ਬੋਲ ਰਹੇ ਹਾਂ। ਜਦੋਂ ਆਪਾਂ ਇਕੱਲਾ ਬੋਲਾਂਗੇ ਤਾਂ 1 ਮੀਟਰ 45 ਸੈਂਟੀਮੀਟਰ ਬੋਲਾਂਗੇ। ਸੋ ਰਾਜੂ ਦਾ ਕੱਦ ਜਿਹੜਾ ਹੈ ਰਵੀ ਦੇ ਕੱਦ ਤੋਂ 35 ਸੈਂਟੀਮੀਟਰ ਘੱਟ ਹੈ। ਸੋ ਰਵੀ ਦਾ ਜਿਹੜਾ ਕੱਦ ਹੈ ਉਹ ਕਿੰਨਾ ਹੈ? ਇਹਦੇ ਵਿੱਚ ਆਪਾਂ ਰਵੀ ਦਾ ਕੱਦ 35 ਸੈਂਟੀਮੀਟਰ ਪਲੱਸ ਕਰ ਦੇਵਾਂਗੇ। ਜਦੋਂ ਅਸੀਂ ਪਲੱਸ ਕਰਾਂਗੇ 1 ਮੀਟਰ 45 ਸੈਂਟੀਮੀਟਰ ਦੇ ਵਿੱਚ 35 ਸੈਂਟੀਮੀਟਰ ਪਲੱਸ ਕਰਾਂਗੇ ਤਾਂ ਉਹ ਕਿਹੜਾ ਕੱਦ ਨਿਕਲ ਆਏਗਾ? ਸੌਰੀ, ਘਟਾਵਾਂਗੇ, ਕਿਉਂਕਿ ਉਹਨਾਂ ਕਿਹਾ ਕਿ ਅਸੀਂ ਰਾਜੂ ਦਾ ਕੱਦ ਪਤਾ ਕਰਨਾ ਹੈ, ਅਤੇ ਰਵੀ ਦਾ ਕੱਦ ਜਿਹੜਾ ਵਾ 35 ਸੈਂਟੀਮੀਟਰ ਰਵੀ ਦੇ ਕੱਦ ਤੋਂ ਜਿਹੜਾ ਘੱਟ ਹੈ। ਰਵੀ ਦੇ ਕੱਦ ਤੋਂ 35 ਸੈਂਟੀਮੀਟਰ ਘੱਟ ਹੈ, ਅਤੇ 35 ਸੈਂਟੀਮੀਟਰ ਘਟਾਵਾਂਗੇ। 1 ਮੀਟਰ 10 ਸੈਂਟੀਮੀਟਰ ਸਾਡਾ ਉੱਤਰ ਆ ਜਾਏਗਾ, ਜਾਂ 110 ਸੈਂਟੀਮੀਟਰ ਆਪਾਂ ਕਹਿ ਸਕਦੇ ਹਾਂ। ਉੱਤਰ ਆ ਜਾਏਗਾ 80। ਪ੍ਰਸ਼ਨ ਨੰਬਰ 4, 16 ਤੋਂ ਅਗਲੀ ਵਰਗ ਸੰਖਿਆ ਕਿਹੜੀ ਹੋਏਗੀ? ਸੋ ਵਰਗ ਦਾ ਉੱਤਰ ਵਰਗ ਵਿੱਚ ਹੀ ਦੇਣਾ ਹੈ। 4 ਬਿੰਦੀਆਂ ਨੂੰ ਅਸੀਂ ਵਰਗ ਮੰਨਦੇ ਹਾਂ ਔਰ ਇੱਕ ਸਥਾਨ 'ਤੇ ਇਕੱਠੀਆਂ ਹੋਣ, ਜਿਵੇਂ ਇੱਥੇ ਇਕੱਠੀਆਂ ਨੇ, ਹੈ ਨਾ, 4 ਬਿੰਦੀਆਂ। ਇਸ ਤਰ੍ਹਾਂ ਹੀ ਇੱਥੇ ਵੀ ਜਿਹੜਾ ਹੈ 4 ਬਿੰਦੀਆਂ ਦੇ ਇਕੱਠ ਨੂੰ ਅਸੀਂ ਦਰਸਾਉਂਦੀ ਹੋਈ ਕੋਈ ਵੀ ਜਿਹੜੀ ਆਕ੍ਰਿਤੀ ਹੈ ਉਸ ਨੂੰ ਲੱਭਣਾ ਹੈ। ਉਹ ਹੈ ਸਾਡੇ ਕੋਲ ਐੜਾ। ਇਹ ਸਾਡਾ ਉੱਤਰ ਹੋਏਗਾ। ਪ੍ਰਸ਼ਨ ਨੰਬਰ 5, ਹੁਣ ਤਿਕੋਣ ਹੈ। ਦਿੱਤੇ ਗਏ ਨਮੂਨਿਆਂ ਵਿੱਚੋਂ 21 ਬਿੰਦੂਆਂ ਲਈ ਸਹੀ ਤਿਕੋਣ ਦਾ ਨਮੂਨਾ ਪਤਾ ਕਰੋ। ਹੁਣ 21 ਸਿੱਧਾ ਹੀ ਤੁਸੀਂ ਅੰਦਾਜ਼ਾ ਲਗਾ ਲੈਣਾ ਹੈ, ਦੇਖ ਲੈਣਾ ਹੈ ਕਿ 21 ਬਿੰਦੂ ਕਿੱਥੇ ਨੇ। ਸੋ 21 ਬਿੰਦੂ ਜਿਹੜੇ ਨੇ ਉਹ ਸੱਸੇ 'ਤੇ ਬਣਦੇ ਨੇ, ਤੁਸੀਂ ਗਿਣਤੀ ਕਰਕੇ ਵੇਖ ਸਕਦੇ ਹੋ। ਸਾਡੇ ਕੋਲ ਉੱਤਰ ਜਿਹੜਾ ਆਏਗਾ ਉਹ ਆਏਗਾ ਸੱਸਾ।
ਅੱਗੇ ਸਾਡੇ ਕੋਲ ਬੱਚਿਓ ਵਾਤਾਵਰਨ ਸਿੱਖਿਆ। ਇਸ ਪੋਰਸ਼ਨ ਦੇ ਵਿੱਚ ਪਹਿਲਾ ਪ੍ਰਸ਼ਨ ਲੈਂਦੇ ਹਾਂ। ਸਾਰਣੀ ਵੇਖ ਕੇ ਦੱਸੋ ਕਿ ਕਾਰਬੋਹਾਈਡਰੇਟਸ ਤੱਤ ਵੱਧ ਪ੍ਰਾਪਤ ਕਰਨ ਲਈ ਵੱਧ ਮਾਤਰਾ ਵਿੱਚ ਕੀ ਖਾਣਾ ਚਾਹੀਦਾ ਹੈ। ਸੋ ਕਾਰਬੋਹਾਈਡਰੇਟਸ ਜਦੋਂ ਅਸੀਂ ਲੈਂਦੇ ਹਾਂ ਤਾਂ ਕਿੱਥੋਂ ਲੈਂਦੇ ਹਾਂ, ਕੀ ਖਾਣਾ ਚਾਹੀਦਾ ਸਾਨੂੰ ਵੱਧ ਤੋਂ ਵੱਧ, ਉਹ ਅੱਗੇ ਦਿੱਤਾ ਹੋਇਆ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਖਾਣੀਆਂ ਪੈਣਗੀਆਂ ਅਗਰ ਅਸੀਂ ਕਾਰਬੋਹਾਈਡਰੇਟਸ ਤੱਤ ਲੈਣੇ ਨੇ। ਸੋ ਥੱਲੇ ਹੁਣ ਦੇਖਣਾ ਹੈ, ਊੜਾ ਦਿੱਤਾ ਹੈ, ਐੜਾ, ਈੜੀ ਅਤੇ ਸੱਸਾ, ਇਹਦੇ ਵਿੱਚ ਦੇਖਣਾ ਹੈ ਕਿ ਅਸੀਂ ਕਿਹੜੀ ਚੀਜ਼ ਖਾਵਾਂਗੇ ਤਾਂ ਕਾਰਬੋਹਾਈਡਰੇਟਸ ਦੀ ਮਾਤਰਾ ਸਾਡੇ ਜਿਸਮ ਵਿੱਚ, ਸਰੀਰ ਵਿੱਚ ਪੂਰੀ ਹੋ ਜਾਏਗੀ। ਪਨੀਰ ਅਤੇ ਮਟਰ ਦੇ ਦਾਣੇ, ਨਹੀਂ ਇਹ ਨਹੀਂ ਹੈ। ਚਾਵਲ ਅਤੇ ਸ਼ੱਕਰਕੰਦੀ, ਹਾਂ ਇਹਦੇ ਵਿੱਚ ਸ਼ਾਮਲ ਹੈ। ਚਾਵਲ ਅਤੇ ਸ਼ੱਕਰਕੰਦੀ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ। ਖੋਆ ਅਤੇ ਮੀਟ, ਇਹ ਚਰਬੀ ਦੇ ਮੁੱਖ ਸਰੋਤ ਨੇ। ਪੁੰਗਰੀਆਂ ਦਾਲਾਂ, ਇਹ ਨਹੀਂ ਹੋ ਸਕਦਾ ਕਿਉਂਕਿ ਇਹ ਕਾਰਬੋਹਾਈਡਰੇਟਸ ਵਿੱਚ ਸ਼ਾਮਲ ਨਹੀਂ ਨੇ, ਇਸ ਕਰਕੇ ਉੱਤਰ ਆਏਗਾ ਸਾਡਾ ਚਾਵਲ ਅਤੇ ਸ਼ੱਕਰਕੰਦੀ, ਐੜਾ। ਪ੍ਰਸ਼ਨ ਨੰਬਰ 2, ਗਰਮੀ ਵਿੱਚ ਦੁਪਹਿਰ ਸਮੇਂ ਸੂਰਜ ਰੋਸ਼ਨੀ ਬਹੁਤ ਤੇਜ਼ ਹੁੰਦੀ ਹੈ। ਸਵੇਰ ਅਤੇ ਸ਼ਾਮ ਸਮੇਂ ਸੂਰਜ ਦੀ ਧੁੱਪ ਘੱਟ ਹੁੰਦੀ ਹੈ। ਕਿਹੜੇ ਸਮੇਂ ਵਾਸ਼ਪੀਕਰਨ ਦੀ ਕਿਰਿਆ ਤੇਜ਼ ਹੋਵੇਗੀ? ਤਾਂ ਬਿਲਕੁਲ ਨੋਰਮਲ ਗੱਲ ਹੈ ਬੇਟਾ, ਅਗਰ ਸਵੇਰ ਸ਼ਾਮ ਘੱਟ, ਦੁਪਹਿਰ ਵੇਲੇ ਜ਼ਿਆਦਾ ਹੋਏਗੀ। ਉੱਤਰ ਸਾਡਾ ਆ ਜਾਏਗਾ ਐੜਾ, ਦੁਪਹਿਰ ਵੇਲੇ। ਅੱਗੇ ਚੱਲਦੇ ਹਾਂ। ਗਲਤ ਜੋੜੇ ਦੀ ਪਹਿਚਾਣ ਕਰੋ। ਪਾਣੀ ਦਾ ਵਾਸ਼ਪੀਕਰਨ, ਪਾਣੀ ਦਾ ਭਾਫ ਬਣਨਾ, ਬਿਲਕੁਲ ਸਹੀ ਗੱਲ ਹੈ। ਵਾਸ਼ਪੀਕਰਨ ਤਾਂ ਹੁੰਦਾ ਜੇ ਪਾਣੀ ਭਾਫ ਬਣ ਕੇ ਉੱਡ ਜਾਵੇ, ਉਸ ਨੂੰ ਹੀ ਵਾਸ਼ਪੀਕਰਨ ਕਹਿੰਦੇ ਨੇ। ਐੜਾ ਹੈ ਪਾਣੀ ਦਾ ਸੰਘਣ, ਪਾਣੀ ਦਾ ਜੰਮਣਾ, ਹਾਂ ਪਾਣੀ ਦੇ ਜੰਮਣ ਨੂੰ ਪਾਣੀ ਦਾ ਸੰਘਣਾ ਬਣ ਕਹਿੰਦੇ ਨੇ। ਜਿਵੇਂ ਬਰਫ਼ ਬਣ ਜਾਂਦੀ ਹੈ, ਤਰੇਲ ਦੇ ਤੁਪਕੇ ਹੌਲੀ ਹੌਲੀ ਜੰਮ ਜਾਂਦੇ ਨੇ ਬਰਫ਼ ਦੇ ਰੂਪ 'ਚ, ਇਸ ਤਰ੍ਹਾਂ ਹੀ ਪਾਣੀ ਦਾ ਵਾਸ਼ਪੀਕਰਨ, ਪਾਣੀ ਦਾ ਸੰਘਣਾ, ਪਾਣੀ ਦਾ ਜੰਮਣਾ, ਇਹ ਗਲਤ ਹੈ। ਵਾਸ਼ਪੀਕਰਨ ਜੰਮਣਾ ਨਹੀਂ ਹੁੰਦਾ। ਉਪਰੋਕਤ ਸਾਰੇ ਕਥਨ ਸਹੀ ਹਨ, ਨਹੀਂ। ਤੀਸਰਾ ਕਥਨ ਜਿਹੜਾ ਗਲਤ ਹੈ, ਇਸ 'ਤੇ ਹੀ ਆਪਾਂ ਜਿਹੜੀ ਹੈ ਉਹ ਟਿਕ ਲਗਾਵਾਂਗੇ। ਉੱਤਰ ਆਏਗਾ ਈਡੀ। ਪ੍ਰਸ਼ਨ ਨੰਬਰ 4, ਕੰਮ ਕਾਜਾਂ ਵਿੱਚ ਮਸ਼ੀਨਰੀ ਅਤੇ ਤਕਨੋਲੋਜੀ ਦੀ ਵਰਤੋਂ ਕਾਰਨ ਕੀ ਪ੍ਰਭਾਵ ਪਿਆ ਹੈ? ਊੜਾ ਕੰਮਕਾਰ ਸੌਖੇ ਹੋ ਗਏ ਹਨ। ਐੜਾ ਕੰਮਾਂ ਨੂੰ ਪੂਰਾ ਕਰਨ ਤੋਂ ਤੇ ਘੱਟ ਸਮਾਂ ਲੱਗਦਾ ਹੈ। ਈੜੀ ਉਤਪਾਦਨ ਵੱਧ ਗਿਆ ਹੈ। ਸੱਸਾ ਉਪਰੋਕਤ ਸਾਰੇ ਲਾਭ ਜਿਹੜੇ ਹੋ ਰਹੇ ਆ, ਤਾਂ ਤਿੰਨੇ ਹੀ ਸਹੀ ਨੇ। ਕੰਮ ਸੌਖੇ ਵੀ ਹੋ ਗਿਆ, ਸਮਾਂ ਵੀ ਘੱਟ ਲੱਗਦਾ, ਉਤਪਾਦਨ ਵੀ ਵੱਧ ਗਿਆ। ਉੱਤਰ ਆਏਗਾ ਸੱਸਾ। ਪ੍ਰਸ਼ਨ ਨੰਬਰ 5, ਪੁਰਾਣੇ ਸਮਿਆਂ ਵਿੱਚ ਇਸ ਤਰ੍ਹਾਂ ਦੀ ਨਕਾਸ਼ੀ ਕਰਨ ਲਈ ਕਿਹੋ ਜਿਹੇ ਔਜ਼ਾਰ ਵਰਤੇ ਜਾਂਦੇ ਸਨ? ਜੋ ਪੁਰਾਣੇ ਸਮੇਂ ਦੀ ਗੱਲ ਕੀਤੀ ਹੈ ਤਾਂ ਬਿਜਲੀ ਤੋਂ ਹੁੰਦੀ ਨਹੀਂ ਸੀ, ਪਹਿਲਾ ਉੱਤਰ ਤਾਂ ਨਹੀਂ ਆਏਗਾ। ਬਿਜਲੀ ਚੱਲਣ ਵਾਲੀਆਂ ਮਸ਼ੀਨਾਂ ਤਾਂ ਹੋਣਗੀਆਂ ਨੇ ਅਗਰ ਬਿਜਲੀ ਨਹੀਂ ਹੋਏਗੀ। ਮਜ਼ਬੂਤ ਪੱਥਰ ਦੀਆਂ ਛੈਣੀਆਂ ਅਤੇ ਹਥੌੜੇ, ਹਾਂ ਇਹ ਹੋ ਸਕਦਾ ਹੈ। ਅੱਗੇ ਪੜ੍ਹਦੇ ਹਾਂ। ਲੱਕੜ ਦੀਆਂ ਮਸ਼ੀਨਾਂ, ਤਾਂ ਲੱਕੜ ਦੀ ਮਸ਼ੀਨਾਂ ਨਹੀਂ ਹੋ ਸਕਦੀਆਂ। ਉਪਰੋਕਤ ਸਾਰਾ ਕੁਛ ਤਾਂ ਨਹੀਂ, ਪਰ ਹਾਂ ਐੜਾ ਉੱਤਰ ਜਿਹੜਾ ਹੈ ਇਹ ਇਹਦਾ ਬਣੇਗਾ, ਕਿਉਂਕਿ ਮਜ਼ਬੂਤ ਪੱਥਰ ਦੀਆਂ ਛੈਣੀਆਂ ਅਤੇ ਹਥੌੜੇ ਜਿਹੜੇ ਆ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਸੀ ਇਹੋ ਜਿਹੀਆਂ ਨਕਾਸ਼ੀਆਂ ਕਰਨ ਵਾਸਤੇ। ਅੱਗੇ ਚੱਲਦੇ ਹਾਂ। ਵਿਦਿਆਰਥੀ ਪ੍ਰਸ਼ਨਾਵਲੀ, ਪੀਪਲਸ ਕੁਐਸਚਨੇਅਰ। ਪਹਿਲਾ, ਕੀ ਤੁਹਾਡੇ ਸਕੂਲ ਵਿੱਚ ਬਿਜਲੀ ਹੈ? ਤਾਂ ਤਕਰੀਬਨ ਸਾਰੇ ਸਕੂਲਾਂ 'ਚ ਹੈ, ਸਾਡੇ ਸਕੂਲ 'ਚ ਵੀ ਹੈ। ਉੱਤਰ ਲਾਵਾਂਗੇ ਹਾਂ। ਦੂਸਰਾ, ਕੀ ਅਧਿਆਪਕਾਂ ਨੂੰ ਪੜ੍ਹਾਉਣ ਲਈ ਵਿਸ਼ੇਸ਼ ਤਕਨੀਕਾਂ, ਯੰਤਰਾਂ, ਢੰਗਾਂ ਦੀ ਵਰਤੋਂ ਕਰਦੇ ਆ? ਤਾਂ ਇਹਦੇ ਵਿੱਚ ਤਾਂ ਕੋਈ ਅਤਕਥਨ ਨਹੀਂ ਬੇਟਾ। ਹਰ ਤਰ੍ਹਾਂ ਦੇ ਪ੍ਰੋਜੈਕਟਰ, TV, ਮੋਨੀਟਰ, ਮੋਬਾਈਲ, ਹਰ ਤਰ੍ਹਾਂ ਦੀ ਯੂਜ਼ ਜਿਹੜੀ ਆ ਹੋ ਰਹੀ ਹੈ, ਹਰ ਰੋਜ਼ ਅਸੀਂ ਕਰ ਰਹੇ ਹਾਂ। ਉੱਤਰ ਪਹਿਲਾ ਹੀ ਆਏਗਾ।
ਸਿੱਖਣ ਪਰਿਣਾਮ ਆਧਾਰਿਤ ਅਭਿਆਸ ਪੁਸਤਕ ਜਿਹੜੀ ਹੈ ਤੇ ਤੁਸੀਂ ਕੰਮ ਕਦੋਂ ਕਰਦੇ ਹੋ? ਤਾਂ ਅਸੀਂ ਤਕਰੀਬਨ ਪ੍ਰੈਕਟਿਸ ਵਾਸਤੇ ਇਸ ਨੂੰ ਰੋਜ਼ਾਨਾ ਹੀ ਕਰ ਰਹੇ ਹਾਂ, ਕਿਉਂਕਿ ਟੈਸਟ ਵੀ ਹੋ ਰਿਹਾ ਔਰ ਸਾਡੇ ਐਗਜ਼ਾਮ ਜਿਹੜੇ ਨੇ ਹੋ ਕੇ ਹਟੇ ਨੇ। ਆਉਣ ਵਾਲੇ ਸਮੇਂ 'ਚ ਫਿਰ ਐਗਜ਼ਾਮ ਹੋਣੇ ਨੇ, ਇਸ ਕਰਕੇ ਆਪਾਂ ਹਰ ਰੋਜ਼ ਕਰਦੇ ਹਾਂ। ਕੋਵਿਡ-19 ਦੌਰਾਨ ਆਨਲਾਈਨ ਪੇਪਰਾਂ ਦੀ ਤਿਆਰੀ ਲਈ ਤੁਹਾਡੀ ਮਦਦ ਕਿਸ ਨੇ ਕੀਤੀ? ਸੋ ਬੱਚਿਓ, ਜਿਸ ਨੇ ਵੀ ਤੁਹਾਡੀ ਮਦਦ ਕੀਤੀ ਹੈ ਉਸ ਨੂੰ ਤੁਸੀਂ ਟਿਕ ਕਰੋਗੇ। ਅਗਰ ਮਾਤਾ ਜੀ ਨੇ ਕੀਤੀ ਹੈ, ਪਿਤਾ ਜੀ ਨੇ ਕੀਤੀ ਹੈ, ਭੈਣ ਭਰਾਵਾਂ ਨੇ ਕੀਤੀ ਜਾਂ ਕਿਸੇ ਨੇ ਨਹੀਂ, ਤਾਂ ਤੁਸੀਂ ਇੱਕ ਆਪਸ਼ਨ ਚੁਣਨੀ ਹੈ, ਉਸ 'ਤੇ ਟਿਕ ਕਰਨੀ ਹੈ। ਤੁਹਾਨੂੰ ਘਰ ਤੋਂ ਲੋੜੀਂਦੀ ਸਟੇਸ਼ਨਰੀ ਮਤਲਬ ਕਾਪੀ, ਪੈਨਸਲ, ਰਬੜ, ਇਰੇਜ਼ਰ, ਪੈਨ, ਕਾਪੀਆਂ ਤੁਹਾਨੂੰ ਮਿਲਦੀਆਂ ਕਿ ਨਹੀਂ? ਕਦੋਂ ਮਿਲ ਜਾਂਦੀ ਹੈ? ਸਿਰਫ ਸਕੂਲ ਦੇ ਸ਼ੁਰੂ 'ਚ, ਸਿਰਫ ਪਾਸ ਹੋਣ 'ਤੇ, ਲੋੜ ਸਮੇਂ ਜਾਂ ਅਧਿਆਪਕ ਦਿੰਦੇ ਹਨ? ਤਾਂ ਤੁਸੀਂ ਟਿਕ ਕਰਨਾ ਹੈ ਕਿ ਸਾਨੂੰ ਜਦੋਂ ਵੀ ਲੋੜ ਪੈਂਦੀ ਹੈ ਸਾਡੇ ਮਾਪੇ ਸਾਨੂੰ ਦਿੰਦੇ ਆ। ਕੋਈ ਵੀ ਮਾਤਾ ਪਿਤਾ ਇਸ ਤਰ੍ਹਾਂ ਦੇ ਨਹੀਂ ਹੁੰਦੇ ਕਿ ਬੱਚੇ ਨੂੰ ਇਹਨਾਂ ਚੀਜ਼ਾਂ ਦੀ ਜਿਹੜੀ ਪੜ੍ਹਨ ਸਮੱਗਰੀ ਹੈ ਇਹਨਾਂ ਤੋਂ ਵਾਂਝੇ ਕਰਨ। ਪਹਿਲ ਦੇ ਆਧਾਰ 'ਤੇ ਸਾਡੇ ਮਾਪੇ ਸਾਨੂੰ ਲੈ ਕੇ ਦਿੰਦੇ ਨੇ ਬੱਚਿਓ, ਇਸ ਕਰਕੇ ਅਸੀਂ ਇਹ ਟਿਕ ਲਾਵਾਂਗੇ। ਅਸੀਂ ਲੋੜ ਸਮੇਂ ਸਾਨੂੰ ਜਦੋਂ ਵੀ ਲੋੜ ਪੈਂਦੀ ਹੈ ਤਾਂ ਸਾਨੂੰ ਇਹ ਮਿਲਦੀ ਹੈ। ਉੱਤਰ ਆਏਗਾ ਈੜੀ। ਸੋ ਇਹ ਸੀ ਅੱਜ ਦੀ ਪ੍ਰਸ਼ਨਾਵਲੀ। ਸਾਰੇ ਬੱਚਿਆਂ ਨੇ ਬੜੇ ਧਿਆਨ ਨਾਲ ਕੀਤੀ। ਮੈਨੂੰ ਆਸ ਹੈ ਕਿ ਸਾਰਿਆਂ ਨੂੰ ਚੰਗੀ ਤਰ੍ਹਾਂ ਪ੍ਰੈਕਟਿਸ ਹੋ ਗਈ ਹੋਵੇਗੀ। ਤੁਸੀਂ ਇੱਕ ਵਾਰੀ ਫਿਰ ਘਰ ਬੈਠ ਕੇ ਪ੍ਰੈਕਟਿਸ ਕਰਨਾ। ਅਗਲੀ ਪ੍ਰਸ਼ਨਾਵਲੀ 'ਚ ਫਿਰ ਮਿਲਾਂਗੇ। ਸਾਰਿਆਂ ਦਾ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।